ਕੇਂਦਰ ਵੱਲੋਂ ਪਾਸ ਕੀਤੇ ਆਰਡੀਨੈਂਸਾਂ ਨੂੰ ਭਾਜਪਾ ਨੇ ਸਹੀ ਠਹਿਰਾਇਆ ਹੈ ਅਤੇ ਕਿਸਾਨ ਪੱਖੀ ਦੱਸਿਆ ਹੈ। ਅੱਜ ਅੰਮ੍ਰਿਤਸਰ ਪੁੱਜੇ ਭਾਜਪਾ ਦੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦਾ ਕਹਿਣਾ ਹੈ ਕਿ ਇਸ ਨਾਲ ਕਿਸਾਨਾਂ ਨੂੰ ਫਾਇਦਾ ਹੋਵੇਗਾ। ਇਸ ਨਾਲ ਕਿਸਾਨ ਅਤੇ ਵਪਾਰੀ ਨੂੰ ਫਸਲ ਵੇਚਣ ਅਤੇ ਖਰੀਦਣ ਦੀ ਪੂਰੀ ਆਜ਼ਾਦੀ ਹੋਵੇਗੀ। ਜਿਹੜੇ 3 ਆਰਡੀਨੈਂਸਸ ਗਵਰਨਮੈਂਟ ਆਫ ਇੰਡੀਆ ਨੇ ਇਸ਼ੂ ਕੀਤੇ ਹੈ ਔਰ ਉਹਦਾ ਜਿਸ ਢੰਗ ਦੇ ਨਾਲ ਕੈਪਟਨ ਸਰਕਾਰ ਰਿਐਕਟ ਕਰ ਰਹੀ ਹੈ ਉਸ ਸਿਲਸਿਲੇ ਦੇ ਉੱਤੇ ਮਾਈਕ ਨਹੀਂ ਜਿੰਨੇ ਆਵਾਜ਼ ਆ ਉਹਨੇ ਅੱਗੇ ਆ ਜਾਓ। 3 ਆਰਡੀਨੈਂਸਸ ਜਿਹੜੇ ਹੈਗੇ ਆ ਉਹ ਹੈਗੇ ਦਾ ਫਾਰਮਰਸ ਪ੍ਰੋਡਿਊਸ ਟ੍ਰੇਡ ਐਂਡ ਕਾਮਰਸ ਪ੍ਰਮੋਸ਼ਨ ਐਂਡ ਫੈਸਿਲਿਟੇਸ਼ਨ ਆਰਡੀਨੈਂਸ 2020, farmers empowerment and protection agreement on price assurance and farm services ordinance, और तीसरा है essential commodities amendment ordinance 2020। साथियों ये ਜਿਹੜੇ 3 ਆਰਡੀਨੈਂਸ ਹੈ ਇਹ ਕਿਸਾਨੀ ਨੂੰ बढ़ावा देने ਦੇ ਲਈ ਹੈ ਕਿਉਂਕਿ ਪੰਜਾਬ ਜਿਹੜਾ ਹੈ ਇਹ किसानी का प्रदेश है और जिहड़ी साडी दूसरी टर्म है मोदी सरकार दी ਉਹਦੇ ਵਿੱਚ पूरे हिंदुस्तान दे विच किसानां ने वोटां पाईयां विश्वास व्यक्त किया और इस गल दी मैं एश्योरेंस दिना कि उन्हां दा विश्वास नूं कोई भी आंच नहीं आन दित्ती जाएगी। किसानी प्रफुल्लित होवे, देश की किसानी प्रफुल्लित होवे, इसे लिए ही ये आर्डीनेंसिस जिहड़े हैगे वो लैके आए और इहदा आर्डीनेंस का एक ऐसा इकोसिस्टम बनाना जिहदे विच किसान और व्यापारी दोनों अपने मर्जी नाल जिहड़ा हैगा खरीद और बेच सकन फसल नूं और अपनी मर्जी का भाव लै सकन, कोई रोक टोक ना होवे और किते भी पूरे हिंदुस्तान दे विच बेच सकते। उस नाते कांग्रेस ने बड़ा शोर मचाया कि जी MSP ख़त्म हो जाएगी, मिनिमम सपोर्ट प्राइस जी हैगी वो ख़त्म हो जाएगी। ऐसा नहीं है। उन्होंने इस गल का साडे यूनियन एग्रीकल्चर मिनिस्टर श्री नरेंद्र सिंह तोमर उन्होंने 2 बारी अश्योर किया कि MSP जी हैगी आ वो जारी रहेगी, इसनों ख़त्म नहीं किया जाएगा। उसका की अर्थ है कि जो कोई ट्रेडर खरीदना चाहता है तो उन्होंने MSP तो वध पा देना पएगा, MSP तो घट तो जो सरकार ने खरीद लेना। सो उस नाते जी जारी हो रहेगी ਉਹਦੇ ਵਿੱਚ इस गल का जोड़ा खदशा हैगा कांग्रेस का बिल्कुल गलत है और हो हला पा रहे। फिर एक होर चीज़ है कि जो कुछ केंद्र की सरकार ने मोदी सरकार ने किया वो एक कांग्रेस कैप्टन सरकार 2017 च पहले अमेंडमेंट की हुई है पंजाब एग्रीकल्चर प्रोड्यूस मार्केट एक्ट के अंडर APMC और ਉਹਦੇ ਵਿੱਚ जो ਗੱਲਾਂ मोदी सरकार कह रही है वही उन्होंने कीतियां हुई कि क्रिएशन ऑफ प्राइवेट मार्केट्स, डायरैक्ट मार्केटिंग, इलैक्ट्रॉनिक एग्रीकल्चर मार्केटिंग, सिंगल यूनीफाइड लाइसेंस। सो जो कुछ जो किया है ਇਹਦਾ मतलब यह है जो कहते हैं कि ऑर्डीनेंस गलत है तो फिर 2017 की जी अमेंडमेंट कैप्टन सरकार ने की है फिर वो भी गलत है। तो जो वो ठीक है ये तो नहीं हो सकता कि भी केंद्र सरकार करे तो गलत है, असी करिए तो ठीक है। कैप्टन साहब का जो मनोरथ है वो ये है। और एक गल होर ਇਸੇ ਤਰ੍ਹਾਂ ਪਠਾਨਕੋਟ ਪੁੱਜੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਦਾ ਕਹਿਣਾ ਹੈ ਕਿ ਕਾਂਗਰਸ ਅਤੇ ਹੋਰ ਪਾਰਟੀਆਂ ਭੜਕਾਊ ਬਿਆਨ ਦੇ ਰਹੀਆਂ ਹਨ। ਉਹਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਦੀ ਫਸਲ ਦੇ MSP ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਬਦਲਾਅ ਦੀ ਗੱਲ ਨਹੀਂ ਕੀਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਆਉਣ ਦੇ ਬਾਅਦ ਡਾਕਟਰ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ 10 ਸਾਲ ਸੱਤਾ ਵਿੱਚ ਰਹਿਣ ਤੇ ਕਾਂਗਰਸ ਨੇ ਇਸ ਨੂੰ ਲਾਗੂ ਨਹੀਂ ਕੀਤਾ ਹੈ। ਮੋਦੀ ਸਰਕਾਰ ਨੇ MSP ਨੂੰ ਲਾਗਤ ਮੁੱਲ ਨਾਲ ਜੋੜ ਕੇ ਸਵਾਮੀਨਾਥਨ ਰਿਪੋਰਟ ਦੀ ਮਹੱਤਵਪੂਰਨ ਸਿਫਾਰਿਸ਼ ਨੂੰ ਲਾਗੂ ਕੀਤਾ ਹੈ। ਇਸ ਨਾਲ ਕਿਸਾਨਾਂ ਨੂੰ ਫਾਇਦਾ ਹੋਵੇਗਾ।
ਐਸਾ ਕੱਲੀ ਮੱਕੀ ਨਹੀਂ, ਬਹੁਤ ਸਾਰੀਆਂ ਫਸਲਾਂ ਐਸੀਆਂ ਜਿਹੜੀਆਂ ਪਿਛਲੇ ਕਾਫੀ ਲੰਬੇ ਸਮਾਂ ਤੋਂ ਹੀ ਅਸੀਂ ਅਧਿਐਨ ਕਰਦੇ ਆਏ ਹਾਂ ਕਿ ਸਰਕਾਰ MSP, ਮੈਂ ਪਹਿਲਾਂ ਜਦੋਂ ਸ਼ੁਰੂ ਕੀਤੀ ਸੀ, ਤੁਸੀਂ ਸ਼ਾਇਦ ਨਹੀਂ ਸੁਣਿਆ, ਕਿ ਸਰਕਾਰ ਜਦੋਂ MSP ਤੈਅ ਕਰ ਦਿੰਦੀ ਹੈ, ਪਰ ਜਦੋਂ ਮੰਡੀ 'ਚ ਜਾਂਦੀ ਫਸਲ ਉਸ ਵੇਲੇ ਜਿਹੜਾ ਕਿਸਾਨ ਨੂੰ ਜਿਹੜਾ ਆ ਮੁੱਲ ਨਹੀਂ ਮਿਲਦਾ। ਔਰ ਇਹ ਇਸ ਸਾਲ ਦਾ ਨਹੀਂ, ਇਹ ਪਿਛਲੇ 15-20 ਸਾਲਾਂ ਦਾ ਇਤਿਹਾਸ ਹੈ। ਜਦੋਂ ਕਾਂਗਰਸ ਦੀ ਸਰਕਾਰ ਸੀ ਉਦੋਂ ਵੀ, ਜਾਂ ਪੁਰਾਣਾ ਵੀ ਸਰਕਾਰ ਸੀ, ਕਿ ਜਿਹੜੀ ਕਣਕ ਝੋਨਾ ਦੀ ਸਿੱਧੀ ਖਰੀਦ ਕਰ ਲੈਂਦੀ ਸਰਕਾਰ, ਉਸ ਤੋਂ ਇਲਾਵਾ ਜਿਹਦੇ ਵੀ MSP ਤੈਅ ਕਰਦੀ ਆ ਉਹ ਕਿਸਾਨ ਨੂੰ ਮੰਡੀ ਦਾ ਮੁੱਲ ਨਹੀਂ ਮਿਲਦਾ। ਔਰ ਇਹਨਾਂ ਤਿੰਨਾਂ ਆਰਡੀਨੈਂਸ ਦਾ ਮਤਲਬ ਹੀ ਇਹ ਆ ਕਿ ਕਿਸਾਨ ਨੂੰ ਅਗਰ ਉਹ ਕਹਿੰਦਾ ਕਿ ਨਹੀਂ ਕਿ ਮੈਂ ਤਾਂ ਜੀ ਇੰਨੇ ਖਰੀਦੂੰਗਾ, ਕਿਉਂਕਿ ਉਹਦੇ 'ਤੇ ਮੰਡੀ ਐਕਟ ਲਗਾਇਆ ਸੀ, ਹੁਣ ਮੰਡੀ ਐਕਟ ਤੋਂ ਮੁਕਤ ਹੋ ਗਿਆ। ਉਹਦੀ ਇੱਛਾ ਆ ਕਿ ਮੰਡੀ 'ਚ ਵੇਚਣੀ ਹੈ, ਉਹਦੀ ਇੱਛਾ ਹੈ ਉਹਨੇ ਘਰ ਸਟੋਰ ਕਰਨੀ, ਉਹਦੀ ਇੱਛਾ ਹੈ ਕਿ ਉਹਨੇ ਫਲਾਣੇ ਨੂੰ ਵੇਚਣੀ ਹੈ, ਉਹਦੀ ਇੱਛਾ ਹੈ ਉਹਨੇ ਐਕਸਪੋਰਟ ਕਰਨੀ ਹੈ, ਉਹਨੇ ਐਕਸਪੋਰਟਰ ਨੂੰ ਦੇਣੀ, ਇੰਪੋਰਟਰ ਨੂੰ, ਪ੍ਰੋਸੈਸਰ ਨੂੰ ਦੇਣੀ ਹੈ, ਕਿਹਨੂੰ ਦੇਣੀ ਆ, ਇਹ ਉਹਦੀ ਇੱਛਾ ਆ ਗਈ ਜਿਹੜੀ ਪਹਿਲਾਂ ਨਹੀਂ ਸੀ। ਅੱਜ ਦੀ ਡੇਟ ਦੇ ਵਿੱਚ MSP ਤੋਂ ਥੱਲੇ ਕੋਈ ਵੀ ਉਹ ਵੇਚ ਨਹੀਂ ਪਾਏਗਾ, ਔਰ ਮੰਡੀ ਓਪਨ ਦੇ ਵਿੱਚ ਵੀ ਵੇਚ ਦੇਗਾ। ਔਰ ਪ੍ਰਾਈਵੇਟ ਵੀ ਜਿਹੜਾ ਖਰੀਦਦਾ ਸੀ, ਅਸੀਂ ਝੋਨੇ 'ਚ ਖਾਸ ਕਰਕੇ ਦੇਖਿਆ, ਝੋਨੇ ਵਿੱਚ ਲੈ ਜਾਂਦੇ ਸੀ ਪਰ ਸਾਲ 6-6 ਮਹੀਨੇ ਪੇਮੈਂਟ ਹੀ ਨਹੀਂ ਸੀ ਆਉਂਦੀ। ਪਰ ਹੁਣ ਇਹਦੇ 'ਚ ਇਹ ਵੀ ਤੈਅ ਕੀਤਾ ਕਿ ਤੀਸਰੇ ਦਿਨ ਉਹਨੂੰ ਪੇਮੈਂਟ ਦੇਣੀ ਹੀ ਪੈਣੀ ਹੈ। ਸੋ ਇਸ ਕਰਕੇ ਇਹ ਐਕਟ ਜਿਹੜਾ ਆ ਕਿਸਾਨਾਂ ਦੇ ਹਿੱਤ ਦੇ ਵਿੱਚ। ਪ੍ਰਾਈਵੇਟੇਸ਼ਨ ਜਦੋਂ ਆ ਗਈ, ਜਿਵੇਂ ਕਿ ਪੈਟਰੋਲ ਔਰ ਡੀਜ਼ਲ 'ਚ ਪ੍ਰਾਈਵੇਟੇਸ਼ਨ ਆ ਗਈ ਕਿ ਕੰਪਨੀਆਂ ਤੈਅ ਕਰਨਗੀਆਂ ਮੁੱਲ ਉਹਦਾ, ਉਦੋਂ ਹੁਣ ਕੰਟਰੋਲ ਸਰਕਾਰ ਦਾ ਨਹੀਂ ਰਿਹਾ ਉਹਦੇ 'ਤੇ। ਹੁਣ ਜਦੋਂ ਮੰਡੀਆਂ ਦੇ ਵਿੱਚ ਵੀ ਪ੍ਰਾਈਵੇਟੇਸ਼ਨ ਆ ਜਾਏਗੀ, ਸਰਕਾਰੀ ਖਰੀਦ ਤੋਂ ਇਲਾਵਾ ਪ੍ਰਾਈਵੇਟ ਲੋਕ ਖਰੀਦਣਾ ਸ਼ੁਰੂ ਕਰ ਦੇਣਗੇ ਤਾਂ ਉਹ ਰੇਟ ਡਿਸਾਈਡ ਕਰਨਗੇ। ਫਿਰ ਤਾਂ ਜੇ ਝੋਨਾ ਵੀ 800 ਤੋਂ 1100 ਰੁਪਏ ਜੇ ਉਹ ਖਰੀਦਦਾ ਹੈਗਾ ਪ੍ਰਾਈਵੇਟੇਸ਼ਨ, ਤਾਂ ਕਿਸਾਨ ਤਾਂ ਰੋਲ ਦੋਗੇ। ਇਹੀ ਇੱਕ ਗੁੰਮਰਾਹਕੁਨ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਕਿ ਕਿਸਾਨ ਜਿਹੜਾ MSP ਜਿਹੜੀ ਆ ਉਹ ਐਜ਼ ਇਟ ਇਜ਼ ਹੈ MSP ਵਿੱਚ, ਪਰ ਜੇ MSP ਤੋਂ ਵੱਧ ਕਿਸਾਨ ਨੂੰ ਜਿਹੜੇ ਕਿਤੇ ਮਿਲਦਾ ਹੈ, ਜੇ ਅਸੀਂ 1800 ਰੁਪਏ ਤੈਅ ਕਰ ਦਿੱਤਾ ਮੰਡੀ ਦਾ ਭਾਅ, ਤੇ ਜੇ ਉਹਨੂੰ 2000-1900 ਮਿਲਦਾ ਆ ਤਾਂ ਉਹ ਆਪਣੀ ਵੇਚਣ ਦੇ ਵਿੱਚ ਉਹ ਆਜ਼ਾਦ ਆ। ਪਹਿਲਾਂ ਉਹ ਐਸਾ ਨਹੀਂ ਸੀ। ਮੇਰੀ ਗੱਲ ਕਲੀਅਰ ਹੋ ਗਈ ਨਾ, ਕਿ ਐਸਾ ਕਿਤੇ ਨਹੀਂ ਕਿ MSP ਤੋਂ ਘੱਟ ਵੇਚੇਗਾ। MSP ਤਾਂ ਮੰਡੀ ਦੇ ਵਿੱਚ ਹੈ ਹੀ ਹੈ, ਪਰ ਜੇ ਕਿਸਾਨ ਨੂੰ MSP ਤੋਂ ਵੱਧ ਪੈਸਾ ਮਿਲਦਾ ਹੈ ਤੇ ਉਹ ਆਪਣਾ ਜਿਹੜਾ ਮੰਡੀ ਦੇ ਵਿੱਚ ਆਪਣੀ ਕਿਸੇ ਵੀ ਓਪਨ ਮਾਰਕੀਟ 'ਚ ਵੇਚ ਸਕਦਾ।